ਅੱਜ ਦੇ ਆਪਣੇ ਕਰੰਟ ਅਫੇਅਰ 3 ਅਗਸਤ 2021 ਦੇ ਸਭ ਤੋਂ ਪਹਿਲਾ ਜਿਹੜਾ ਕਰੰਟ ਅਫੇਅਰ ਆ ਉਹ ਆਪਣੇ ਇੱਕ ਸੱਪ ਬਾਰੇ ਆ, ਇੰਡੀਅਨ ਰੌਕ ਪਾਈਥਨ। ਠੀਕ ਹੈ, ਇਹ ਤੁਹਾਨੂੰ ਹਮੇਸ਼ਾ ਸਵਾਲ ਆ ਸਕਦਾ ਹੈ ਕਿ ਇੰਡੀਅਨ ਰੌਕ ਪਾਈਥਨ ਕਿੱਥੇ ਪਾਇਆ ਜਾਂਦਾ ਹੈ। ਇਹ ਆਪਣਾ ਜਿਹੜਾ ਦੱਖਣ ਭਾਰਤ ਹੈ, ਖਾਸ ਕਰ ਉੱਥੇ ਪਾਇਆ ਜਾਂਦਾ, ਪੂਰੇ ਭਾਰਤ 'ਚ ਹੀ ਪਾਇਆ ਜਾਂਦਾ, ਪਰ ਖਾਸ ਕਰ ਇਹ ਦੱਖਣ ਭਾਰਤ 'ਚ ਪਾਇਆ ਜਾਂਦਾ ਹੈ। ਤੇ ਇਹਦੇ ਇਲਾਵਾ ਜਿਹੜੇ ਆਪਣੇ ਆਸ-ਪਾਸ ਦੇ ਦੇਸ਼ ਹੈ, ਜਿਵੇਂ ਸ਼੍ਰੀਲੰਕਾ ਹੋ ਗਿਆ, ਪਾਕਿਸਤਾਨ ਹੋ ਗਿਆ, ਬਾਂਗਲਾदेश, नेपाल, भूटान, ये पूरे इलाके 'ਚ ਵੀ ਪਾਇਆ ਜਾਂਦਾ ਹੈ। ਇਹਦੇ ਇਲਾਵਾ ਆਪਣੇ ਜੋ ਭਾਰਤ ਦੇ ਇਸ ਪਾਸੇ ਆਪਾਂ ਜਾਣਦੇ ਹਾਂ, म्यांमार, ठीक है, लाओस, कंबोडिया, वियतनाम, ਤੇ ਮਲੇਸ਼ੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਤੇ ਥੱਲੇ ਇੰਡੋਨੇਸ਼ੀਆ। ਆ ਜਿਹੜਾ ਪੂਰੇ ਦੁਨੀਆ ਦਾ ਜਿਹੜਾ ਇਲਾਕਾ ਹੈ, ਭਾਰਤ ਦਾ ਵੀ ਆ ਇਲਾਕਾ ਹੋ ਗਿਆ, ਭਾਰਤ ਦੇ ਆਸ-ਪਾਸ ਦੇ ਦੇਸ਼ਾਂ ਦਾ ਵੀ ਇਲਾਕਾ ਹੋ ਗਿਆ। ਠੀਕ ਹੈ, ਇਹ ਜਿਹੜਾ ਪੂਰਾ ਇਲਾਕਾ ਹੈ, ਇੱਥੇ ਤੁਹਾਡਾ ਇਹ ਸੱਪ ਪਾਇਆ ਜਾਂਦਾ ਹੈ, ਇੰਡੀਅਨ ਰੌਕ ਪਾਈਥਨ। ਤੇ ਦੂਜਾ ਇਹਦੇ ਲਈ ਕੀ ਜ਼ਰੂਰੀ ਆ, ਜਿਹੜਾ ਪਾਈਥਨ ਹੁੰਦਾ ਹੈ ਇਹ ਗੈਰ ਜ਼ਹਿਰੀਲਾ, ਯਾਨੀ ਕਿ ਇਹਦੇ ਅੰਦਰ ਜ਼ਹਿਰ ਨਹੀਂ ਹੁੰਦਾ। ਠੀਕ ਹੈ, ਤਾਂ ਕਦੀ ਵੀ ਤੁਹਾਨੂੰ ਇਹ ਸਵਾਲ ਆ ਜਾਏ ਕਿ ਜਿਹੜਾ ਰੌਕ ਪਾਈਥਨ ਆ ਉਹ ਇੱਕ ਜ਼ਹਿਰੀਲਾ ਸੱਪ ਹੈ, ਉਹ ਸਟੇਟਮੈਂਟ ਜਿਹੜੀ ਹੋਊਗੀ ਉਹ ਗਲਤ ਹੋਊਗੀ। ਠੀਕ ਹੈ, ਪਾਈਥਨ 'ਚ ਕਦੀ ਵੀ ਜ਼ਹਿਰ ਨਹੀਂ ਹੁੰਦਾ, ਤੇ ਕਿਸੇ ਨੂੰ ਕੱਟ ਜੇ ਤਾਂ ਕੋਈ ਵੀ ਕਿਸੇ ਦੇ ਅੰਦਰ ਜ਼ਹਿਰ ਨਹੀਂ ਫੈਲਦਾ। ਪਾਈਥਨ ਦਾ ਤਰੀਕਾ ਦੁਸ਼ਮਣ ਨੂੰ ਮਾਰਨ ਦਾ ਦੂਜਾ, ਇਹ ਉਹਦੇ ਚਾਰੋਂ ਲਪੇਟ ਕੇ ਘੋਟ ਦਿੰਦਾ ਉਹਨੂੰ ਤੇ ਫੇਰ ਮਾਰਦਾ ਹੱਡੀਆਂ ਤੋੜ ਕੇ। ਠੀਕ ਹੈ, ਤਾਂ ਇਹ ਜ਼ਹਿਰੀਲਾ ਨਹੀਂ ਹੁੰਦਾ। ਅਗਲੀ ਜਿਹੜੀ ਚੀਜ਼ ਆ ਉਹ ਹੈਗਾ ਤੁਹਾਡਾ ਇੱਕ ਨਦੀ ਬਾਰੇ ਆਇਆ ਹੋਇਆ, ਜਿਹੜੀ ਥੋੜੀ ਕ੍ਰਿਸ਼ਨਾ ਨਦੀ ਆ। ਜਿਹੜੀ ਥੋੜੀ ਕ੍ਰਿਸ਼ਨਾ ਨਦੀ ਹੈ, ਇੱਕ ਆਲਮੋਸਟ ਥੋੜੇ 1300 ਕਿਲੋਮੀਟਰ ਲੰਬੀ ਨਦੀ ਹੈ। ਤੇ ਇਹਨੂੰ ਜੇ ਤੁਸੀਂ ਦੇਖੋਗੇ, ਤੁਹਾਡੇ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਇਹ ਚਾਰ ਤੁਹਾਡੀਆਂ ਜਿਹੜੀਆਂ ਸਟੇਟਸ ਆ ਭਾਰਤ ਦੀਆਂ, ਚਾਰ ਤੁਹਾਡੇ ਜਿਹੜੇ ਸਟੇਟ ਹੈ, ਰਾਜ ਹੈਗੇ ਆ, ਇਹਨਾਂ ਦੇ ਅੰਦਰੋਂ ਦੀ ਤੁਹਾਡੀ ਇਹ ਪਾਸ ਕਰਦੀ ਆ। ਤੇ ਤੁਹਾਨੂੰ ਕਦੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਕਿਹੜੀ ਸਟੇਟ 'ਚ ਪਾਸ ਕਰਦੀ ਹੈ, ਉਹ ਵੀ ਆਪਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਠੀਕ ਹੈ, ਤੇ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਕਿੰਨੇ ਕਿਲੋਮੀਟਰ ਆ। ਤਾਂ ਇਹ ਜਿਹੜੇ ਕਿਲੋਮੀਟਰ ਹੁੰਦੇ ਆ ਨਾ, ਤੁਹਾਨੂੰ ਕਦੇ ਵੀ ਐਗਜ਼ੈਕਟ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। ਇਹਨੂੰ ਤੁਸੀਂ ਹਮੇਸ਼ਾ ਰਫ ਜਿਹੜਾ ਨੰਬਰ ਹੈ ਉਹਦੇ ਤੌਰ ਤੇ ਯਾਦ ਰੱਖ ਸਕਦੇ ਹੋ। ਠੀਕ ਹੈ, ਆਹ ਸਾਰੀ ਸਟੇਟਸ ਦੇ ਨਾਮ ਵੀ ਯਾਦ ਰੱਖਣੇ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼। ਇਹ ਚਾਰ ਸਟੇਟਸ ਤੋਂ ਨਿਕਲਦੀ ਹੈ। ਇਹ ਤੁਹਾਨੂੰ ਅਗਲਾ ਕੁਐਸਚਨ ਇਹ ਬਣ ਸਕਦਾ। ਤੇ ਇੱਕ ਲੈਂਥ ਆਪਾਂ ਨੂੰ ਯਾਦ ਰੱਖਣੀ ਹੈ। ਠੀਕ ਹੈ, ਚੌਥੀ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ। ਤੇ ਆ ਚਾਰ ਸਟੇਟਸ। ਇਹਦੇ ਇਲਾਵਾ ਜਿਵੇਂ यूपीएससी ਵਿੱਚ ਕੁਐਸਚਨ ਆਏ ਹੋਏ ਆ, ਕਦੀ ਪੰਜਾਬ ਵਿੱਚ ਵੀ ਕੁਐਸਚਨ ਆ ਸਕਦੇ ਆ, ਉਹ ਹੈਗਾ ਕਿ ਕਿਹੜੀਆਂ ਨਦੀਆਂ ਇਹਦੇ ਨਾਲ ਆ ਕੇ ਜੁੜਦੀਆਂ, ਸਹਾਇਕ ਨਦੀਆਂ ਜਿਹੜੀਆਂ ਹੈਗੀਆਂ, ਕਿਹੜੀਆਂ ਨਦੀਆਂ, ਕਿਉਂਕਿ ਕ੍ਰਿਸ਼ਨਾ ਆਪਣੇ ਆਪ 'ਚ ਵੱਡੀ ਨਦੀ ਹੈ, ਤਾਂ ਇਹਦੇ ਅੰਦਰ ਆ ਕੇ ਕਿਹੜੀ ਕਿਹੜੀ ਨਦੀਆਂ ਗਿਰਦੀਆਂ। ਜਿਵੇਂ ਗੰਗਾ ਵਿੱਚ ਬਹੁਤ ਸਾਰੀਆਂ ਨਦੀਆਂ ਆ ਕੇ ਗਿਰਦੀਆਂ, ਰਾਮ ਗੰਗਾ ਹੋ ਗਈ, ਤੁਹਾਡੀ ਯਮੁਨਾ ਹੀ ਗਿਰਦੀ ਹੈ ਉਹਦੇ ਅੰਦਰ। ਇਹ ਸਾਰਿਆਂ ਨੂੰ ਇੰਗਲਿਸ਼ 'ਚ ਟ੍ਰਿਬਿਊਟਰੀਜ਼ ਕਹਿੰਦੇ ਆ। ਠੀਕ ਹੈ, ਤਾਂ ਇਹਨਾਂ ਦੇ ਜਿਹੜੇ ਨਾਮ ਹੁੰਦੇ ਆ ਨਾ, यूपीएससी ਵਿੱਚ ਇਦਾਂ ਦੇ ਬਹੁਤ ਕੁਐਸਚਨ ਆਏ ਹੋਏ ਆ। ਠੀਕ ਹੈ, ਆ ਖੱਬੇ ਪਾਸੇ ਤੇ ਸੱਜੇ ਪਾਸੇ ਦੋਨਾਂ ਦੇ ਉਹ ਦਿੱਤੇ ਹੋਏ ਆ। ਤਾਂ यूपीएससी ਨੇ ਅੱਜ ਤੱਕ ਵੈਸੇ ਇਹੀ ਕੁਐਸਚਨ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜੀ ਕਿਹੜੀ ਟ੍ਰਿਬਿਊਟਰੀ, ਜਿਵੇਂ ਬ੍ਰਹਮਪੁੱਤਰਾ ਦਾ ਉਹਨਾਂ ਨੇ ਸਵਾਲ ਪੁੱਛਿਆ ਹੋਇਆ, ਗੰਗਾ ਦਾ ਪੁੱਛਿਆ ਹੋਇਆ, ਨਰਮਦਾ, ਤਾਪੀ, ਕਾਵੇਰੀ, ਆਲਮੋਸਟ ਸਾਰੀ ਨਦੀਆਂ ਦਾ यूपीएससी ਨੇ ਸਵਾਲ ਪੁੱਛਿਆ ਹੋਇਆ। ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਪੈਟਰਨ ਵੀ यूपीएससी ਵਰਗਾ ਹੁੰਦਾ ਜਾ ਰਿਹਾ, ਤੇ यूपीएससी ਵਾਂਗੂ PCS ਵੀ ਕਦੀ ਇਦਾਂ ਸਵਾਲ ਕਰ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਕਿਹੜੀ ਨਦੀ ਤੁਹਾਡੀ ਉਹਦੀ ਟ੍ਰਿਬਿਊਟਰੀ ਆ। ਤਾਂ ਤੁਹਾਨੂੰ ਆ ਜਿਹੜੀ ਭੀਮਾ, ਇਹ ਸਾਰੀਆਂ ਜਿੰਨੀਆਂ ਨਦੀਆਂ ਹੈਗੀਆਂ, ਪੰਚਗੰਗਾ ਜੋ ਵੀ ਹੈਗੀਆਂ, ਠੀਕ ਹੈ, ਮਾਲਪ੍ਰਭਾ, ਇਦਾਂ ਦੀਆਂ ਸਾਰੀਆਂ, ਠੀਕ ਹੈ, ਮੂਸੀ ਜੋ ਵੀ ਹੈ, ਇਹ ਸਾਰਿਆਂ ਦੇ ਨਾਮ ਯਾਦ ਰੱਖਣੇ ਆ। ਹੁਣ ਇਹ ਨਾਮ ਯਾਦ ਰੱਖਣ ਲਈ ਕੀ ਕਰਨਾ, ਦੇਖੋ ਤੁਹਾਨੂੰ ਪੇਪਰ ਸਿਰਫ ਆਇਡੈਂਟੀਫਾਈ ਕਰਨਾ ਆਉਣਾ ਚਾਹੀਦਾ ਹੈ ਕਿ ਆਹ ਨਦੀ ਕ੍ਰਿਸ਼ਨਾ ਦੀ ਆ, ਨਦੀ ਗੰਗਾ ਦੀ ਹੈ, ਸਾਰਿਆਂ ਦੇ ਨਾਮ ਅੱਡ ਅੱਡ ਹੈ। ਤਾਂ ਇਹਦਾ ਨਾ ਕੋਈ ਸੈਂਟੈਂਸ ਬਣਾ ਲਓ, ਇਹਨਾਂ ਦੇ ਕੋਈ ਨਾ ਕੋਈ ਦੋ ਸੈਂਟੈਂਸ ਬਣਾ ਲਓ, ਖੱਬੇ ਪਾਸੇ ਦਾ ਅੱਡ, ਸੱਜੇ ਪਾਸੇ ਦਾ ਅੱਡ। ਇਹਦੇ ਨਾਲ ਹੋਊਗਾ ਕਿ ਕਦੀ ਵੀ ਪੇਪਰ ਵਿੱਚ ਆ ਗਿਆ, ਤੁਹਾਨੂੰ ਸਿਰਫ ਆਪਣੇ ਮਨ ਵਿੱਚ ਉਦਾਂ ਦਾ ਕੋਈ ਸੈਂਟੈਂਸ ਯਾਦ ਕਰਨਾ ਹੈ, ਤੇ ਉਸੇ ਨਾਲ ਆਪਣੇ ਆਪ ਤੁਹਾਨੂੰ ਯਾਦ ਆ ਜਾਊਗਾ ਕਿ ਮੈਂ ਕ੍ਰਿਸ਼ਨਾ ਦੇ ਨਾਲ ਪੜ੍ਹਿਆ ਸੀ। ਠੀਕ ਹੈ, ਕੋਈ ਵੀ ਜਿਵੇਂ ਸੈਂਟੈਂਸ ਬਣਾ ਲਓ, ਜਿਵੇਂ
माला घाट ते कोई भी इदा का मतलब जोड़ के बस माला ते घाट इदा के जिहड़े पहले पहले वर्ड है इन्हों इस्तेमाल इन्हों का इस्तेमाल करके तुसी बस कोई भी सेंटेंस बना लो। ठीक है, हजे मेरे तो बनया नहीं, तो ये जो सेंटेंस बनाओगे अपने आप थोड़ा सारा का सारा सुल जूगा। हुण अगला जिहड़ा करंट अफेयर दे नाल जिहड़ा अज खबर आई हुई सी उहदे नाल जुड़े होया अगला पार्ट है। हुण हुंदा की है अपने भारत विच ना एक बहुत वड्डी प्रॉब्लम यही है, कल्ले भारत विच नहीं सारी दुनिया विच ये है कि थोड़ा नदियां विच ओवर द टाइम ना पानी घटता जा रहा है। ठीक है, पानी ओवर द टाइम घटता जा रहा है कि जिवें जिवें थोड़ी ग्लोबल वार्मिंग वध रही है, गर्मी वध रही है, उवें उवें पानी थल्ले गिरता जा रहा है। हुणे जिन्ना पानी थल्ले गिरदा जा रहा है ਉਹਦੇ ਨਾਲ हर ਜਿਹੜਾ थोड़ा राज है, हर ਜਿਹੜੀ थोड़ी स्टेट है ਉਹਦੀ ਤਾਂ डिमांड होर ਵੱਧਦੀ जा रही है ना, ਹੁਣ ਤਾਂ होर ਜ਼ਰੂਰਤ ਵੱਧ ਰਹੀ है क्योंकि पॉपुलेशन अपनी आबादी भी तो ਵੱਧਦੀ जा रही है। ਹੁਣ आबादी ਵਧਣ ਨਾਲ पानी होर चाहिए पर नदियां 'ਚ गिरदा जा रहा है। ਇਹਦੇ ਨਾਲ ਹੁੰਦਾ ਕੀ है ਤੇ ਨਦੀਆਂ ਤੇ ਆਪਾਂ ਕਰ ਕੀ ਰਹੇ ਹਾਂ, ਦੇਖੋ ਜਿਹੜੀ ਵੀ ਨਦੀ ਜਾ ਰਹੀ ਹੈ ਹੁਣ ਜਿਹੜੀ ਵੀ ਸਟੇਟ ਵਿੱਚੋਂ ਇਹ ਨਿਕਲੂਗੀ ਹਰ ਸਟੇਟ ਕੀ ਕਰ ਰਹੀ ਹੈ ਆਪਣੇ ਉੱਥੇ ਡੈਮ ਬਣਾਈ ਜਾ ਰਹੀ ਹੈ। ਹੁਣ ਡੈਮ ਬਣਾਉਣ ਨਾਲ ਕੀ ਹੋਊਗਾ ਕਿ ਪਾਣੀ ਇੱਥੇ ਉਹ ਇਕੱਠਾ ਕਰ ਲੈਣਗੇ। ਹੁਣ ਜਿੰਨੇ ਡੈਮ ਬਣਦੇ ਜਾਣਗੇ ਅੱਗੇ ਵਾਲਿਆਂ ਨੂੰ ਪਾਣੀ ਉਨਾ ਹੀ ਘੱਟ ਮਿਲਦਾ ਜਾਊਗਾ। ਠੀਕ ਹੈ, ਤੇ ਜਿੰਨਾ ਪਹਿਲਾਂ ਪਾਣੀ ਸੀ ਉਹ ਤੋਂ ਵੀ ਘਟਦਾ ਜਾਊਗਾ। ਠੀਕ ਹੈ, ਦਿਖਾਉਣ ਲਈ ਕਿ ਪਿੱਛੇ ਆ ਅੱਗੇ ਅੱਗੇ ਪਾਣੀ ਘਟਦਾ ਜਾ ਰਿਹਾ। ਤੇ ਇਹਦੇ ਨਾਲ ਕੀ ਹੁੰਦਾ ਜਿਹੜੀ ਸਟੇਟ ਨਦੀ ਦੇ ਜਿੰਨੇ ਛੋਰ ਤੇ ਪੈਂਦੀ ਜਿੰਨੀ ਐਂਡ ਤੇ ਪੈਂਦੀ ਹੈ ਉਨਾ ਹੀ ਪਾਣੀ ਉਹਨਾਂ ਨੂੰ ਘੱਟ ਮਿਲ ਰਿਹਾ, ਜਿਹਦੇ ਨਾਲ ਫਿਰ ਥੋੜਾ ਫਾਈਨਲੀ ਪਾਣੀ ਦਾ ਜਿਹੜਾ ਹੈਗਾ ਇੱਕ ਡਿਸਪਿਊਟ ਬਣ ਜਾਂਦਾ। ਠੀਕ ਹੈ, ਇੱਕ ਥੋੜਾ ਵਿਵਾਦ ਬਣ ਜਾਂਦਾ। ਹੁਣ ਇਹਦੇ ਲਈ ਥੋੜੀ ਸਰਕਾਰ ਨੇ ਤੇ ਥੋੜੇ ਜਿਹੜਾ ਆਪਣਾ ਸੰਵਿਧਾਨ ਹੈ ਇਹਦੇ ਅੰਦਰ ਕੀ ਪ੍ਰੋਵੀਜ਼ਨ ਦਿੱਤਾ ਹੋਇਆ। देखो वैसे जो थोड़ा संविधान है ना वो जो अपना सुप्रीम कोर्ट बनाया गया, सुप्रीम कोर्ट की सब तो मेन जी ड्यूटी है ना वो ये है कि कभी भी दो स्टेट्स या स्टेट ते सेंटर विच कोई भी बहस हो जूगी, कोई भी विवाद पैदा होगा ਉਹਦੇ ਵਿੱਚ दखल दे के ਉਹਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਤੁਹਾਡੇ ਸੁਪਰੀਮ ਕੋਰਟ ਦੀ ਹੈ। यानी कि कोई भी जिवें पंजाब हरियाणा च पानी का कोई मसला होया, पानी का नहीं कोई होर मसला होया, ठीक है पानी का तो गलती ना कहता, कोई होर मसला होया या थोड़े पंजाब सरकार ते थोड़े केंद्र दी सरकार विच कोई मसला होया, इन्हां नूं सुलझाउण दी जिहड़ी जिम्मेदारी है सुप्रीम कोर्ट दी है कि दोनों स्टेट जिहड़ियां सुप्रीम कोर्ट कोल जाणगियां ते ओही फाइनली उन्हें सुलझाऊगा। पर इत्थे है कि अपने पानी दे ते अपनी जिहड़ी नदियां इहदे कंटेक्स्ट में जे बोलीए तो अपने संविधान में धारा 262 एग्जिस्ट करती है, आर्टिकल 262 एग्जिस्ट करता है। ਇਹਦੇ ਮੁਤਾबिक की क्या है कि थोड़ा सुप्रीम कोर्ट ਜਿਹੜਾ ਹੈਗਾ ਨਾ ਉਹ ਜਦ ਵੀ ਪਾਣੀ ਦੀ ਗੱਲ ਆਊਗੀ, ਨਦੀ ਦਾ ਪਾਣੀ ਵੰਡਣ ਦੀ ਗੱਲ ਆਊਗੀ, ਉਹ ਕਦੀ ਵੀ ਦਖਲ ਅੰਦਾਜ਼ੀ नहीं ਕਰੂਗਾ। ठीक है, ਜਿਹੜਾ ਪਾਣੀ ਦਾ ਮਾਮਲਾ, ਪਾਣੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਖਲ नहीं दे सकता। इदा क्यों? देखो पानी का जिहड़ा मसला है जिहड़ियां स्टेट दे विच है, हुण देखो सुप्रीम कोर्ट के अंदर थोड़े जज है, आपां मानते हैं कि जज बहुत होशियार लोग है, उस कोई डाउट नहीं, पर जज नूं कदी एक साइंटिस्ट की नॉलेज तो नहीं हो सकती कि पानी अज नदी विच कितना, अज तो 10 साल बाद कितना होगा, 20 साल बाद कितना होगा। ਇਹਦੇ ਲਈ थोड़े साइंटिस्ट कुछ एक्सपर्ट लोग चाहिए है ਜਿਹੜੇ दस सकन कि पानी कितना होगा। ठीक है, तो इसे लिए थोड़ी सरकार की करती है, थोड़ा एक ट्रिब्यूनल बनाती है। ठीक है, मतलब आह जी धारा 262 च लिखिया है कि जी थोड़ी केंद्र की सरकार है, जी थोड़ी सेंटर की सरकार है, वो जेड़े भी राज सरकारां विच डिस्प्यूट आऊगा उस स्टेट्स या राज सरकारां नूं लैके वो एक ट्रिब्यूनल बनाऊगी। इस ट्रिब्यूनल के अंदर जज भी होणगे जिहड़े फैसला सुनाणगे, पर उन्हां दे नाल ना एक्सपर्ट भी होणगे। ठीक है, जिहड़े उन्हां नूं सलाह दे सकणगे किहड़ा सही फैसला। ये ट्रिब्यूनल जेड़ी जेड़ी नदी लई भी कोई भी डिस्प्यूट आऊगा, ये पक्का ट्रिब्यूनल नहीं है, यानी कि हमेशा नहीं रहने वाला। जब डिस्प्यूट आऊगा, जब कोई भी विवाद आऊगा उदों बढ़ाया जाऊगा, जिवें ही विवाद सुलझ गया ये ट्रिब्यूनल खत्म कर दिता जाऊगा।
ਤਾਂ ਹਰ ਨਦੀ ਦੇ ਵਿਵਾਦ ਲਈ ਅੱਡ ਅੱਡ ਟ੍ਰਿਬਿਊਨਲ ਬਣਦਾ ਹੈ ਤੇ ਜਦ ਵੀ ਵਿਵਾਦ ਖਤਮ ਹੁੰਦਾ ਟ੍ਰਿਬਿਊਨਲ ਵੀ ਖਤਮ ਹੋ ਜਾਂਦਾ। ਠੀਕ ਹੈ, ਇਸ ਤਰੀਕੇ ਨਾਲ ਇਹ ਜੋ ਚੀਜ਼ਾਂ ਕੀਤੀਆਂ ਗਈਆਂ ਇਹ ਇਸੇ ਲਈ ਤੁਹਾਡਾ ਇਹ ਐਕਟ ਬਣਾਇਆ ਗਿਆ, ਅੰਤਰਰਾਜੀ ਨਦੀ ਜਲ ਵਿਵਾਦ ਐਕਟ 1956। ਇਸ ਐਕਟ ਦੇ ਅੰਡਰ ਤੁਹਾਡੇ ਆਹ ਟ੍ਰਿਬਿਊਨਲ ਬਣਾਏ ਜਾਂਦੇ ਤੇ ਇਸ ਦੇ ਅੰਦਰ ਫੈਸਲਾ ਕੀਤਾ ਜਾਂਦਾ। ਇਸ ਚੀਜ਼ ਨੂੰ ਯਾਦ ਰੱਖਿਓ ਕਿ ਸੁਪਰੀਮ ਕੋਰਟ ਕਦੀ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਇਸ ਫੈਸਲੇ ਨੂੰ ਕਿ ਕਿੰਨਾ ਪਾਣੀ ਵੰਡਿਆ ਜਾਊਗਾ। ਸੁਪਰੀਮ ਕੋਰਟ ਤੁਸੀਂ ਅਕਸਰ ਸੁਣੋਗੇ, ਫਿਰ ਮੈਂ ਤੁਹਾਨੂੰ ਇੱਕ ਹੋਰ ਪੁਆਇੰਟ ਵੀ ਦੱਸਦਾ, ਸੁਪਰੀਮ ਕੋਰਟ ਤੁਸੀਂ ਅਕਸਰ ਖਬਰਾਂ 'ਚ ਪੜ੍ਹੋਗੇ ਕਿ ਉਹ ਪਾਣੀ ਦੇ ਮਾਮਲੇ ਸੁਪਰੀਮ ਕੋਰਟ ਵੀ ਇਨਵੋਲਵ ਹੋਇਆ ਹੁੰਦਾ, ਪਰ ਉਹ ਕਿੱਥੇ ਇਨਵੋਲਵ ਹੁੰਦਾ, ਉਹ ਕਿੱਥੇ ਸ਼ਾਮਿਲ ਹੁੰਦਾ ਹੈ, ਜਦੋਂ ਤੁਹਾਡਾ ਟ੍ਰਿਬਿਊਨਲ ਫੈਸਲਾ ਦੇ ਦਿੰਦਾ ਹੈ। ਦੇਖੋ ਤੁਹਾਡੇ ਸੰਵਿਧਾਨ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਿੰਨੇ ਵੀ ਟ੍ਰਿਬਿਊਨਲ ਬਣਾਏ ਜਾਣਗੇ, ਟ੍ਰਿਬਿਊਨਲ ਦਾ ਪੂਰਾ ਚੈਪਟਰ ਹੈ, ਤੁਸੀਂ ਜਦੋਂ ਤੁਸੀਂ ਪੂਰਾ ਸੰਵਿਧਾਨ ਪੜ੍ਹੋਗੇ ਉਹਦੇ ਅੰਦਰ ਇੱਕ ਚੈਪਟਰ ਆਊਗਾ ਟ੍ਰਿਬਿਊਨਲ ਦਾ ਵੀ, ਉਹਦੇ ਅੰਦਰ ਤੁਸੀਂ ਇਹ ਚੀਜ਼ ਪੜ੍ਹੋਗੇ ਕਿ ਟ੍ਰਿਬਿਊਨਲ ਦਾ ਕੋਈ ਵੀ ਜਿਹੜਾ ਵੀ ਫੈਸਲਾ ਆਉਂਦਾ, ਦੇਖੋ ਭਾਰਤ ਵਿੱਚ ਬਹੁਤ ਸਾਰੇ ਟ੍ਰਿਬਿਊਨਲ ਐਗਜ਼ਿਸਟ ਕਰਦੇ ਆ, ਇੱਕ ਤਰੀਕੇ ਨਾਲ ਟ੍ਰਿਬਿਊਨਲ ਹੁੰਦੇ ਕੀ ਹੈ, ਟ੍ਰਿਬਿਊਨਲ ਕੋਰਟ ਹੀ ਹੁੰਦੇ ਆ, ਪਰ ਇਹ ਸਪੈਸ਼ਲਾਈਜ਼ਡ ਕੋਰਟਸ ਇਹਨਾਂ ਨੂੰ ਕਹਿੰਦੇ, ਇਹਨਾਂ 'ਚ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ। ਖਾਸੀਅਤ ਦਾ ਮਤਲਬ ਇਹਦੇ ਅੰਦਰ ਨਾ ਐਕਸਪਰਟਸ ਹੋਣਗੇ ਤੇ ਐਕਸਪਰਟਸ ਆਪਣੀ ਰਾਏ ਜਦੋਂ ਦੇਣਗੇ ਉਹਦੇ ਉੱਤੇ ਫੈਸਲਾ ਦਿੱਤਾ ਜਾਂਦਾ। ਜਿਵੇਂ ਤੁਹਾਡਾ ਇਨਕਮ ਟੈਕਸ ਲਈ ਵੀ ਟ੍ਰਿਬਿਊਨਲ ਹੈਗਾ ਜੋ ਇਨਕਮ ਟੈਕਸ ਦੇ ਮਾਮਲਿਆਂ ਨਾਲ ਡੀਲ ਕਰਦਾ ਹੈ, ਤੁਹਾਡਾ ਟੈਲੀਕਾਮ ਟ੍ਰਿਬਿਊਨਲ ਵੀ ਹੈਗਾ, ਜਿੰਨਾ ਵੀ ਤੁਹਾਡੇ ਟੈਲੀਕਾਮ ਦੀਆਂ ਕੰਪਨੀਆਂ ਜੇ ਉਹਨਾਂ ਨਾਲ ਤੁਹਾਨੂੰ ਕੋਈ ਵੀ ਸ਼ਿਕਾਇਤ ਹੈ ਤੁਸੀਂ ਉੱਥੇ ਜਾ ਸਕਦੇ ਹੋ। ਠੀਕ ਹੈ, ਤਾਂ ਇਹ ਸਾਰੇ ਟ੍ਰਿਬਿਊਨਲ ਇਸੇ ਲਈ ਬਣਾਏ ਗਏ ਆ। ਹੁਣ ਆਪਣੇ ਕਨਸਟੀਟਿਊਸ਼ਨ ਵਿੱਚ ਹੀ ਕੀ ਦਿੱਤਾ ਹੋਇਆ ਕਿ ਕੋਈ ਵੀ ਟ੍ਰਿਬਿਊਨਲ ਦਾ ਜਿਹੜਾ ਫੈਸਲਾ ਆਊਗਾ ਉਹਨੂੰ ਤੁਸੀਂ ਸੁਪਰੀਮ ਕੋਰਟ ਵਿੱਚ ਚੈਲੰਜ ਕਰ ਸਕਦੇ, ਤਾਂ ਆਪਣੇ ਸੁਪਰੀਮ ਕੋਰਟ ਸ਼ਾਮਿਲ ਜ਼ਰੂਰ ਹੁੰਦਾ, ਪਰ ਉਹ ਕਿੱਥੇ ਹੁੰਦਾ, ਜਦੋਂ ਟ੍ਰਿਬਿਊਨਲ ਨੇ ਫੈਸਲਾ ਦੇਤਾ ਉਹ ਉਸੇ ਫੈਸਲੇ ਉੱਤੇ ਜੇ ਕੋਈ ਸਟੇਟ ਜਾਂ ਕੋਈ ਰਾਜ ਚਾਹੁੰਦਾ ਹੈ ਕਿ ਅਸੀਂ ਇਸ ਫੈਸਲੇ ਨਾਲ ਨਹੀਂ ਮਨਜ਼ੂਰ ਹੈਗੇ ਤਾਂ ਉਹਨੂੰ ਸੁਪਰੀਮ ਕੋਰਟ ਲੈ ਕੇ ਜਾ ਸਕਦਾ ਹੈ। ਤੇ ਸੁਪਰੀਮ ਕੋਰਟ ਕੀ ਕਰਦਾ, ਉਹ ਫਿਰ ਉਹੀ ਟ੍ਰਿਬਿਊਨਲ ਦੀ ਰਿਪੋਰਟ ਦੇ ਅੰਦਰ ਅੰਦਰ ਹੀ ਫੈਸਲਾ ਸੁਣਾਉਂਦਾ ਹੈ, ਉਹ ਆਪਣੇ ਆਪ ਕੋਈ ਅੱਡ ਫੈਸਲਾ ਨਹੀਂ ਸੁਣਾਊਗਾ। ਇਸੇ ਲਈ ਮਤਲਬ ਹੁਣ ਤੁਹਾਨੂੰ ਦੋ ਤਰੀਕੇ ਦੀਆਂ ਸਟੇਟਮੈਂਟ ਆ ਸਕਦੀਆਂ, ਜੇ ਤੁਹਾਨੂੰ ਇਹ ਸਟੇਟਮੈਂਟ ਆਉਂਦੀ ਹੈ ਕਿ ਸੁਪਰੀਮ ਕੋਰਟ ਕਦੇ ਵੀ ਦਖਲ ਨਹੀਂ ਦਿੰਦਾ, ਉਹ ਗਲਤ ਹੈ। ਤੇ ਦੂਜੀ ਸਟੇਟਮੈਂਟ ਹੈ ਕਿ ਜੇ ਇਹ ਸਟੇਟਮੈਂਟ ਆਉਂਦੀ ਹੈ ਕਿ ਸੁਪਰੀਮ ਕੋਰਟ ਆਪਣਾ ਜਾਂ ਸੰਵਿਧਾਨ ਸੁਪਰੀਮ ਕੋਰਟ ਨੂੰ ਮਨਾ ਕਰਦਾ ਪਾਣੀ ਦੇ ਮਾਮਲੇ ਦਖਲ ਦੇਣ ਨੂੰ, ਉਹ ਸਹੀ ਹੈ। ਕਿਉਂਕਿ ਜਦੋਂ ਡਿਸਪਿਊਟ ਆਇਆ ਹੀ ਆਇਆ, ਜਦੋਂ ਵਿਵਾਦ ਪੈਦਾ ਹੋਇਆ ਹੀ ਹੈ, ਉਦੋਂ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦਾ, ਪਰ ਜਦੋਂ ਫੈਸਲਾ ਆ ਗਿਆ ਉਸ ਫੈਸਲੇ ਉੱਤੇ ਦਖਲ ਜ਼ਰੂਰ ਦੇ ਸਕਦਾ। ਠੀਕ ਹੈ, ਤੇ ਇਹੀ ਸਾਰੀਆਂ ਚੀਜ਼ਾਂ ਇੱਥੇ ਲਿਖੀਆਂ ਹੋਈਆਂ। ਅਗਲਾ ਜਿਹੜਾ ਹੈਗਾ ਭਾਰਤ ਵਿੱਚ ਕੋਲਾ ਖਾਣਾ, ਜਿੰਨੀਆਂ ਵੀ ਆਪਣੇ ਭਾਰਤ ਵਿੱਚ ਖਾਣ ਹੈਗੀਆਂ, ਮਾਈਨਸ ਹੈਗੀਆਂ, ਉਹ ਸਾਰਿਆਂ ਦੀ ਨਾ ਇੱਥੇ ਇੱਕ ਮੈਂ ਲਿਸਟ ਦੇਤੀ ਹੈ, ਅੱਜ ਦੇ ਕਰੰਟ ਅਫੇਅਰ 'ਚ ਆਇਆ ਹੋਇਆ ਸੀ ਤਾਂ ਮੈਂ ਇੱਕ ਪੂਰੀ ਲਿਸਟ ਦੇਤੀ ਹੈ। ਠੀਕ ਹੈ, ਜਿਵੇਂ ਝਾਰਖੰਡ ਵਿੱਚ ਕਿਹੜੇ ਕਿਹੜੇ ਡਿਸਟ੍ਰਿਕਟ ਵਿੱਚ ਮਾਈਨ ਹੈਗੀ ਆ, ਪੱਛਮ ਬੰਗਾਲ ਵਿੱਚ ਕਿਹੜੀ ਹੈ, ਛੱਤੀਸਗੜ੍ਹ 'ਚ ਕਿਹੜੀ ਹੈ, ਉੜੀਸਾ 'ਚ ਕਿਹੜੀ ਹੈ। ਦੇਖੋ UPSC ਵਿੱਚ ਆਹ ਕੁਐਸਚਨ ਪੁੱਛੇ ਜਾ ਚੁੱਕੇ ਕਿ ਜਿਹੜੇ ਡਿਸਟ੍ਰਿਕਟ ਹੈ ਇਹ ਪੁੱਛੇ ਜਾ ਚੁੱਕੇ ਆ, ਇਹਨੂੰ ਯਾਦ ਕਰਨ ਨੂੰ ਆਪਾਂ ਨੂੰ ਥੋੜਾ ਟਾਈਮ ਲੱਗੂਗਾ, ਤਾਂ ਇਹਨੂੰ ਲਿਖ ਕੇ ਪ੍ਰੈਕਟਿਸ ਕਰਿਓ। ਤੁਹਾਡੀ ਬਾਅਦ ਜਦੋਂ ਮੈਪ ਦੀ ਕਲਾਸ ਲੱਗੂਗੀ, ਜਦੋਂ ਮੈਪਸ ਆਪਾਂ ਕਵਰ ਕਰਾਂਗੇ, ਉਦੋਂ ਤੁਸੀਂ ਇਹ ਮੈਪ ਵੀ ਕਰੋਗੇ ਜਿਹਦੇ ਅੰਦਰ ਆਹ ਸਾਰੇ ਦੇ ਸਾਰੇ ਕੋਲੇ ਦੀਆਂ ਖਾਨਾਂ ਆਪਾਂ ਬਣਾਵਾਂਗੇ। ਤਾਂ ਉਹਨੇ ਦੇਰ ਲਈ, ਕਿਉਂਕਿ ਆਪਾਂ ਕਰੰਟ ਅਫੇਅਰ ਆਪਣੇ ਨਾਲ ਪੂਰਾ ਸਾਲ ਰਹਿਣ ਵਾਲੇ ਆ, ਤੇ ਇਸ ਕਾਰਨ ਇਹਨੂੰ ਕਰੰਟ ਅਫੇਅਰ 'ਚ ਪਾ ਜ਼ਰੂਰ ਦਿੱਤਾ, ਇਹਨੂੰ ਲਿਖ ਕੇ ਹਜੇ ਪ੍ਰੈਕਟਿਸ ਕਰਿਓ। ਬਾਅਦ 'ਚ ਜਦੋਂ ਤੁਹਾਡੇ ਮੈਪ ਕਰਾਂਗੇ ਉਦੋਂ ਇਹ ਚੀਜ਼ ਦੁਬਾਰਾ ਤੋਂ ਚੰਗੀ ਤਰ੍ਹਾਂ ਡਿਟੇਲਸ ਦੁਆਰਾ ਕੀਤੀ ਜਾਊਗੀ। ਠੀਕ ਹੈ, ਤਾਂ ਇਸ ਚੀਜ਼ ਨੂੰ ਯਾਦ ਰੱਖਿਓ। ਠੀਕ ਹੈ, ਹੁਣ ਅਗਲੀ ਚੀਜ਼ ਹੈ, ਦੇਖੋ ਆਪਾਂ ਪਹਿਲਾਂ ਵੀ ਕਰੰਟ ਅਫੇਅਰ ਪੜ੍ਹਿਆ, ਕ੍ਰਿਪਟੋ ਕਰੰਸੀ। ਕ੍ਰਿਪਟੋ ਕਰੰਸੀ ਹੁੰਦੀ ਹੈ, ਕ੍ਰਿਪਟ ਕਰਨ ਦਾ ਮਤਲਬ ਹੁੰਦਾ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਕੰਪਿਊਟਰ ਵਿੱਚ ਕੋਡ ਕਰ ਦਿੱਤੀ ਗਈ ਹੈ ਤੇ ਹੁਣ ਸਿਰਫ ਡਿਜੀਟਲੀ ਐਗਜ਼ਿਸਟ ਕਰਦੀ ਹੈ, ਫਿਜ਼ੀਕਲ ਮਤਲਬ ਆਪਣੇ ਹੱਥ ਵਿੱਚ ਕੋਈ ਚੀਜ਼ ਨਹੀਂ ਆਉਂਦੀ। ਠੀਕ ਹੈ, ਸਾਰੀ ਦੀ ਸਾਰੀ ਆਨਲਾਈਨ ਹੀ ਚੀਜ਼ ਐਗਜ਼ਿਸਟ ਕਰਦੀ ਹੈ। ਤਾਂ ਹੁਣ ਭਾਰਤ ਕੀ ਕਰਨ ਲੱਗਿਆ, ਦੇਖੋ ਵੈਸੇ ਭਾਰਤ ਨੇ ਜਿਹੜੀ ਆਪਣੀ ਕਰੰਸੀ ਬਣਾਉਣੀ ਹੈ ਨਾ, ਕ੍ਰਿਪਟੋ ਕਰੰਸੀ, ਉਹ ਆਪਾਂ ਜਿਹੜੀ ਬਣਾਉਣੀ ਹੈ ਉਹ ਆਪਾਂ ਆਨਲਾਈਨ ਬਣਾਉਣੀ ਹੈ। ਜਿਹੜੀ ਆਪਾਂ ਕ੍ਰਿਪਟੋ ਕਰੰਸੀ ਬਣਾਉਣੀ ਹੈ ਉਹਦਾ ਨਾਮ ਆਪਾਂ ਜਿਹੜਾ ਸੋਚਿਆ ਹੋਇਆ ਬਾਅਦ ਚ ਰੱਖਣ ਲਈ, ਉਹ ਨਾਮ ਹੈਗਾ ਲక్ష్ਮੀ।
ठीक है, पर वो हजे आपां बना रहे हैं। ठीक है, जिहड़ा लक्ष्मी है वो आपां हजे बना रहे हैं, पर हजे भारत सरकार ना कुछ ट्रायल कंडक्ट कर रही है, हजे कुछ टेस्ट कर रही है कि करंसी ਲਈ ਆਪਾਂ ਨੂੰ ਭਾਰਤ ਵਿੱਚ ਕਿਹੜਾ ਇਨਫਰਾਸਟ੍ਰਕਚਰ ਬਣਾਉਣਾ ਪੈਣਾ, ਕਿਸ ਚੀਜ਼ ਦੀ ਲੋੜ ਪੈਣ ਵਾਲੀ ਹੈ। ਇਸ ਲਈ ਉਹਨਾਂ ਨੇ ਇੱਕ ਚੀਜ਼ ਸ਼ੁਰੂ ਕੀਤੀ ਹੈ ਜਿਹਨੂੰ ਕਹਿੰਦੇ ਈ ਰੂਪੀ, ਇੰਗਲਿਸ਼ ਵਿੱਚ ਇਦਾਂ ਲਿਖਿਆ ਹੋਇਆ ਈ ਰੂਪੀ। ਠੀਕ ਹੈ, ਇਹ ਰੂਪੀ ਦੇ ਸਪੈਲਿੰਗ ਆਹੀ ਲਿਖੇ ਹੋਏ ਆ ਜਿਹੜਾ ਇਹ ਕਰੰਟ ਅਫੇਅਰ ਹੈ। ਠੀਕ ਹੈ, ਇਹ ਇੱਕ ਸਿਰਫ ਟਰਾਇਲ ਲਈ ਹੈ, ਡੈਮੋ ਚੱਲ ਰਿਹਾ ਇਹਦਾ। ਠੀਕ ਹੈ, ਕਿ ਕਿਸ ਤਰੀਕੇ ਨਾਲ ਕਿਹੜੀਆਂ ਆਪਾਂ ਨੂੰ ਪ੍ਰੋਬਲਮ ਆਉਣ ਵਾਲੀਆਂ, ਤਾਂ ਇਹਨੂੰ ਆਪਾਂ ਇੱਕ ਚੰਗੀ ਤਰ੍ਹਾਂ ਅਜ਼ਮਾ ਕੇ ਦੇਖ ਲਈਏ। ਜਿਹੜੀ ਕਮੀ ਲੱਗੂਗੀ ਉਦੋਂ ਬਾਅਦ ਆਪਾਂ ਆਪਣੀ ਜਿਹੜੀ ਕਰੰਸੀ ਬਣਾਵਾਂਗੇ ਉਹ 'ਚ ਸਾਰੀਆਂ ਕਮੀਆਂ ਦੂਰ ਕਰ ਦਾਂਗੇ। ਇਹ ਆਪਾਂ ਕਰਨਾ ਕਿਉਂ ਚਾਹੁੰਦੇ ਹਾਂ ਕਿ ਜਿੰਨੇ ਵੀ ਆਪਣੇ ਭਾਰਤ ਵਿੱਚ ਆਪਾਂ ਕਰੰਸੀਆਂ ਹਜੇ ਯੂਜ਼ ਕਰ ਰਹੇ ਹਾਂ, ਜਿੰਨੇ ਵੀ ਨੋਟ ਯੂਜ਼ ਕਰ ਰਹੇ ਹਾਂ, ਇਹਨੂੰ ਭਾਰਤ ਦੀ ਸਰਕਾਰ ਹੌਲੀ ਸਾਰੇ ਨੋਟਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਉਸੇ ਲਈ ਇਹ ਚੀਜ਼ ਕੀਤੀ ਗਈ ਹੈ। ਠੀਕ ਹੈ, ਤਾਂ ਇਹ ਸਾਰਾ ਈ ਰੂਪੀ ਬਾਰੇ ਇਹੀ ਦਿੱਤਾ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹਦਾ ਟੈਸਟ ਕੀਤਾ ਜਾਊਗਾ। ਹਜੇ ਇਹਨੂੰ ਲਿਮਿਟਡ ਤੌਰ ਤੇ ਕੁਝ ਬੈਨੀਫਿਟ ਟ੍ਰਾਂਸਫਰ ਸਕੀਮਸ ਤੇ ਸਰਕਾਰੀ ਮਤਲਬ ਸਕੀਮ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਹੈ ਤੇ ਉਹ ਤੋਂ ਗਲਤੀਆਂ ਸੁਧਾਰ ਕੇ ਫਿਰ ਅੱਗੇ ਆਪਾਂ ਦੂਜੀ ਚੀਜ਼ਾਂ ਉੱਤੇ ਵਧਾਂਗੇ। ਠੀਕ ਹੈ, ਤੇ ਇਹ ਸਾਰੀ ਚੀਜ਼ਾਂ ਨੂੰ ਆਪਾਂ ਧਿਆਨ ਨਾਲ ਪੜ੍ਹਨਾ ਹੈ, ਇੱਕ ਪੁਆਇੰਟ ਨੂੰ ਆਪਾਂ ਕਵਰ ਕਰ ਲੈਣਾ। ਅਗਲਾ ਹੈਗਾ ਭੋਜਨ ਫੋਰਟੀਫਿਕੇਸ਼ਨ। ਆ ਫੋਰਟੀਫਿਕੇਸ਼ਨ ਕੀ ਹੁੰਦੀ ਹੈ? ਦੇਖੋ, ਜਦੋਂ ਆਪਾਂ ਨਮਕ ਲੈਣ ਜਾਂਦੇ ਆ, ਨਮਕ ਅੱਜ ਕੱਲ ਜਿੰਨੇ ਵੀ ਆਪਣੇ ਨਮਕ ਆਉਂਦੇ ਆ, ਆਪਾਂ ਕੀ ਕਹਿੰਦੇ ਆ ਕਿਹੜਾ ਨਮਕ ਹੁੰਦਾ? ਨਮਕ ਵਿੱਚ ਕੀ ਪਾਇਆ ਜਾਂਦਾ ਹੈ? ਆਇਓਡੀਨ। ਇਹ ਆਇਓਡੀਨ ਹੈ ਕੀ? ਆਇਓਡੀਨ ਇਹਨਾਂ ਨੂੰ ਕਹਿੰਦੇ ਆ ਤੁਹਾਡੇ ਜਿਨ੍ਹਾਂ ਨੂੰ ਮਾਈਕਰੋ। ਦੇਖੋ, ਆਪਣੇ ਸਰੀਰ ਨੂੰ ਦੋ ਤਰੀਕੇ ਦੀ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ, ਇੱਕ ਹੁੰਦੇ ਆ ਮੈਕਰੋ, ਇੱਕ ਹੁੰਦੇ ਆ ਮਾਈਕਰੋ। ठीक है, माइक्रो ते मैक्रो। ठीक है, ये दोनों विच हुण फर्क की है? मैक्रो का मतलब हुंदा है जिहड़ा वड्डी क्वांटिटी विच आपां नूं चाहीदा, जिवें कि कार्बोहाइड्रेट्स, फैट हो गए। ठीक है, ये अपने शरीर नूं ज्यादा चाहिए क्योंकि इसे उत्ते तां अपना शरीर चलदा है। माइक्रो का मतलब है जिहड़े आपां नूं बहुत ही घट तादाद विच पर अपने शरीर लई बहुत जरूरी है, उन्होंने कहते माइक्रो। तो इन्हों का की किया जाता? देखो, जो माइक्रो होंगे ना, कई बार अपने खाने में वैसे होंगे नहीं है, तो इन्हों किसी ना किस तरीके नाल अपने खाने में ऐड किया जाता, किते ना किते इन्हों जोड़िया जाता। जिवें आप मैं हुणे तुहानूं नमक की मिसाल दी, तुसीं खुद दस्सिया कि जिवें आयोडीन है, जिहड़ा आयोडीन नूं आपां जिहड़ा आयोडाइज्ड सॉल्ट, जदों तुसीं मार्केट जाने हो तो ऐड भी आती है टाटा की कि आयोडीन सॉल्ट या आयोडाइज सॉल्ट करके ऐड दिंदे हो। ਉਹਦਾ मतलब है थोड़े नमक के अंदर आयोडीन पा दिता गया थोड़ी जी क्वांटिटी विच, वो उन्नी को क्वांटिटी विच अपने जिहड़े शरीर च कमी आने वाली सी आयोडीन दी, ते ਉਹਦੇ कारण ਜਿਹੜੀਆਂ ਬਿਮਾਰੀਆਂ ਹੋਣ ਵਾਲੀਆਂ ਸੀ ਉਹ ਖਤਮ ਹੋ ਜਾਂਦੀ ਹੈ। ਪਰ ਇਹ ਮਾਈਕਰੋ ਨਿਊਟ੍ਰੀਐਂਟਸ, ਇਹਨਾਂ ਨੂੰ ਮਾਈਕਰੋ ਕਿਉਂ ਬੋਲਿਆ ਜਾਂਦਾ? ਇੰਨੀ ਘੱਟ ਤਾਦਾਦ ਵਿੱਚ ਕਿਉਂ ਚਾਹੀਦੇ ਆ? ਕਿਉਂਕਿ ਜੇ ਇਹ ਜ਼ਿਆਦਾ ਹੋ ਜਾਣ ਨਾ, ਇਹ ਤੁਹਾਡੇ ਸਰੀਰ ਲਈ ਹਾਰਮਫੁਲ ਵੀ ਬਹੁਤ ਹੈ। ਜਿਵੇਂ ਆਪਾਂ ਜਿਹੜਾ ਟੁੱਥਪੇਸਟ ਯੂਜ਼ ਕਰਦੇ ਆ ਨਾ, ਆਪਾਂ ਟੁੱਥਪੇਸਟ ਦੇਖਦੇ ਆ ਨਾ, ਉਹਦੀ ਐਡ ਵਿੱਚ ਵੀ ਦੇਖਦੇ ਆ ਫਲੋਰਾਈਡ ਐਡ ਕੀਤਾ ਹੁੰਦਾ। ਉਹ ਹੁਣ ਫਲੋਰਾਈਡ ਕੀ ਹੈ? ਆਪਣੇ ਸਰੀਰ ਦੀਆਂ ਜਿਹੜੀਆਂ ਹੱਡੀਆਂ ਨੂੰ ਮਜ਼ਬੂਤੀ ਲਈ ਫਲੋਰਾਈਡ ਦੀ ਬਹੁਤ ਜ਼ਰੂਰਤ ਹੈ। ਠੀਕ ਹੈ, ਤਾਂ ਆਪਾਂ ਨੂੰ ਹੁਣ ਸਰੀਰ ਨੂੰ ਫਿਰ ਫਲੋਰਾਈਡ ਦੇਣਾ ਕਿਸ ਤਰੀਕੇ ਨਾਲ ਜ਼ਰੂਰੀ ਹੈ? ਕਿਉਂਕਿ ਆਪਣੇ ਖਾਣੇ 'ਚ ਕਿਸ ਤਰੀਕੇ ਨਾਲ ਫਲੋਰਾਈਡ ਵੈਸੇ ਆਉਂਦਾ ਨਹੀਂ ਹੈ, ਤਾਂ ਆਪਾਂ ਜਿਹੜਾ ਟੁੱਥਪੇਸਟ ਜਦੋਂ ਯੂਜ਼ ਕਰਦੇ ਹਾਂ ਉਹਦੇ ਅੰਦਰ ਫਲੋਰਾਈਡ ਆਪਣੇ ਸਰੀਰ 'ਚ ਆਪਣੇ ਆਪ ਚਲਾ ਜਾਂਦਾ ਹੈ। ਪਰ ਜੇ ਮੈਂ ਇਹ ਕਹਾਂ ਕਿ ਜਿਵੇਂ ਹੁਣ ਹੋਊਗਾ ਕਿ ਜੇ ਤੁਸੀਂ ਟੁੱਥਪੇਸਟ ਬਹੁਤ ਜ਼ਿਆਦਾ ਵਰਤਣ ਲੱਗ ਜਾਓ, ਜਿੱਦਾਂ ਐਡ ਵਿੱਚ ਵਰਤ ਕੇ ਦਿਖਾਉਂਦੇ, ਜੇ ਉੱਡਾ ਵਰਤਣ ਲੱਗ ਜਾਓ, ਆਪਣੇ ਸਾਰੇ ਦੰਦ ਕੀ ਹੈ, ਉਹ ਸਾਰੇ ਦੇ ਸਾਰੇ ਦੰਦ ਗਲ ਜਾਣਗੇ। ਠੀਕ ਹੈ, ਆਪਣੀਆਂ ਹੱਡੀਆਂ ਵੀ ਗਲ ਜਾਣਗੀਆਂ ਜਦੋਂ, ਕਿਉਂਕਿ ਫਲੋਰਾਈਡ ਜ਼ਿਆਦਾ ਹੋ ਗਿਆ ਸਰੀਰ 'ਚ। ਥੋੜਾ ਫਲੋਰਾਈਡ ਆਪਣੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਜੇ ਫਲੋਰਾਈਡ ਜ਼ਿਆਦਾ ਹੋ ਜਾਏ ਉਹ ਹੱਡੀਆਂ ਨੂੰ ਗਾਲ ਦਿੰਦਾ। ਤਾਂ ਇਸ ਕਾਰਨ ਉਹਦਾ ਬਹੁਤ ਹੀ ਘੱਟ, ਉਹਨੂੰ ਤਾਂ ਹੀ ਮਾਈਕਰੋ ਬੋਲਿਆ ਜਾਂਦਾ, ਤੇ ਉਹ ਆਪਣੇ ਟੁੱਥਪੇਸਟ ਵਿੱਚ ਐਡ ਕਰ ਦਿੱਤਾ ਜਾਂਦਾ। ਤੇ ਜਿਹੜੇ ਵੀ ਇਦਾਂ ਆਪਣੇ ਖਾਣੇ ਵਿੱਚ ਕੋਈ ਵੀ ਆਹ ਮਾਈਕਰੋ ਨਿਊਟ੍ਰੀਐਂਟ ਜੋੜੇ ਜਾਂਦੇ ਆ, ਜਿਵੇਂ ਤੁਹਾਡਾ ਆਇਰਨ, ਹੁਣ ਨਹੀਂ ਤਾਂ ਜਦੋਂ ਆਇਰਨ ਦੀ ਲੋਕਾਂ ਨੂੰ ਕਮੀ ਹੋ ਜਾਂਦੀ ਹੈ, ਨਹੀਂ ਤਾਂ ਫਿਰ ਆਇਰਨ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ। ਤਾਂ ਅੱਜ ਕੱਲ ਕੰਪਨੀਆਂ ਕੀ ਕਰਦੀਆਂ, ਜਿਹੜਾ ਤੁਸੀਂ ਦਾਲ, ਆਟਾ, ਚਾਵਲ ਖਰੀਦੋਗੇ, ਇਹ 'ਚ ਆਇਰਨ ਨੂੰ
ਪਹਿਲਾਂ ਤੋਂ ਹੀ ਪਾ ਦੇਣਗੇ, ਉਹ ਆਪਣੇ ਉਸ ਚੀਜ਼ ਨੂੰ ਪਹਿਲਾਂ ਹੀ ਉਹਦੇ ਅੰਦਰ ਮਿਕਸ ਕਰ ਦੇਣਗੇ। ਇਦਾਂ ਆਹ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੂੰ ਖਾਣੇ ਵਿੱਚ ਪਾਣ ਨੂੰ ਉਹਨੂੰ ਹੀ ਫੋਰਟੀਫਿਕੇਸ਼ਨ ਕਹਿੰਦੇ ਆ। ਤੁਹਾਨੂੰ ਡਾਇਰੈਕਟ ਕੁਐਸਚਨ ਆ ਸਕਦਾ ਕਿ ਫੂਡ ਫੋਰਟੀਫਿਕੇਸ਼ਨ ਜਾਂ ਭੋਜਨ ਫੋਰਟੀਫਿਕੇਸ਼ਨ, ਜਿਸ ਤਰੀਕੇ ਨਾਲ ਮਰਜ਼ੀ ਕਹਿ ਲਓ, ਉਹ ਕੀ ਹੁੰਦੀ ਹੈ? ਫੋਰਟੀਫਿਕੇਸ਼ਨ ਦਾ ਮਤਲਬ ਹੈ ਜਿਹੜੇ ਤੁਹਾਡੇ ਮਾਈਕਰੋ ਨਿਊਟ੍ਰੀਐਂਟਸ ਹੈ ਇਹਨਾਂ ਨੂੰ ਖਾਣੇ ਦੇ ਅੰਦਰ ਐਡ ਕਰਨਾ, ਜੋੜਨਾ ਉਹਨਾਂ ਦੇ ਵਿੱਚ, ਠੀਕ ਹੈ, ਉਹਨੂੰ ਕਹਿੰਦੇ ਆ ਫੂਡ ਫੋਰਟੀਫਿਕੇਸ਼ਨ। ਤੇ ਉਹਦੇ ਬਾਰੇ ਹੀ ਇੱਥੇ ਸਾਰਾ ਕੁਝ ਲਿਖਿਆ ਹੋਇਆ। ਕਲੀਅਰ ਹੈ? ਅੱਜ ਦੇ ਕਰੰਟ ਅਫੇਅਰ 'ਚ ਕਿਸੇ ਨੂੰ ਕੋਈ ਵੀ ਡਾਊਟ ਹੋਵੇ? ਸਰ ਜੀ ਉੱਪਰ ਇੱਕ ਨਦੀ ਵਾਲਾ ਪੜਿਆ ਹੈਗਾ ਸੀ ਜੀ। ਹਾਂਜੀ ਹਾਂਜੀ। ਤੇ ਨਦੀ ਦੇ ਖੱਬੇ ਬੈਕ ਸਹਾਇਕ ਨਦੀਆਂ ਤੇ ਸੱਜੇ ਬੈਕ ਸਹਾਇਕ ਨਦੀਆਂ, ਇਹਨਾਂ ਸਰ ਕੀ ਮਤਲਬ ਹੈ ਖੱਬੇ ਸੱਜੇ ਸਹਾਇਕ? ਖੱਬੇ ਸੱਜੇ ਦਾ ਹੁਣ ਦੇਖੋ, ਜਿੱਥੋਂ ਨਦੀ ਦਾ ਫਲੋ ਕਰਦੀ ਹੈ ਨਾ, ਹੁਣ ਕੁਝ ਨਦੀਆਂ, ਹੁਣ ਨਦੀ ਦੀ ਜਿਵੇਂ ਆਹ ਡਾਇਰੈਕਸ਼ਨ ਹੈ, ਠੀਕ ਹੈ, ਆ ਨਦੀ ਦਾ ਖੱਬਾ ਪਾਸਾ ਪੈ ਗਿਆ ਨਾ, ਆ ਨਦੀ ਦਾ ਸੱਜਾ ਪਾਸਾ ਪੈ ਗਿਆ। ਜਿਹੜੀ ਨਦੀ, ਮੈਂ ਤੁਹਾਨੂੰ ਦੂਜੇ ਪੇਜ ਤੇ ਬਣਾ ਕੇ ਦਿਖਾ ਦਿੰਦਾ। ਹੁਣ ਜਦੋਂ ਆਪਣੀ ਆਹ ਨਦੀ ਵਗ ਰਹੀ ਹੈ, ਠੀਕ ਹੈ, ਨਦੀ ਦੀ ਦਿਸ਼ਾ ਦੇਖਣੀ ਹੈ ਕਿ ਨਦੀ ਕਿਸ ਪਾਸੇ ਜਾ ਰਹੀ ਹੈ। ਜਿਹੜੀ ਨਦੀ ਦਾ ਖੱਬਾ ਪਾਸਾ ਹੈ, ਇਸ ਪਾਸੋਂ ਦੀ ਆ ਕੇ ਜਿਹੜੀਆਂ ਛੋਟੀਆਂ ਨਦੀਆਂ ਇਹਦੇ ਨਾਲ ਮਿਲਣਗੀਆਂ, ਉਹਨਾਂ ਨੂੰ ਕਹਾਂਗੇ ਉਹ ਖੱਬੇ ਪਾਸੇ ਦੀ ਟ੍ਰਿਬਿਊਟਰੀ ਸਹਾਇ ਜਿਹੜੀ ਨਦੀ ਹੈ, ਉਹ ਖੱਬੇ ਪਾਸੇ ਦੀ ਸਹਾਇ ਨਦੀ ਹੈ। ਜਿਹੜੀ ਸੱਜੇ ਪਾਸੇ ਦੀ ਆ ਕੇ ਮਿਲਣਗੀਆਂ, ਉਹਨਾਂ ਨੂੰ ਸੱਜੇ ਪਾਸੇ ਸਹਾਇ ਜਾਂ ਸੱਜੇ ਪਾਸੇ ਟ੍ਰਿਬਿਊਟਰੀ ਬੋਲਾਂਗੇ। ਠੀਕ ਹੈ, ਕਿ ਨਦੀ ਦੇ ਕਿਸ ਪਾਸੇ ਆ ਕੇ ਉਹ ਜੁੜ ਰਹੀਆਂ, ਉਹ ਸੱਜੇ ਖੱਬੇ ਹੋਇਆ। ਪਰ ਇਹ ਸੱਜੇ ਖੱਬੇ ਇਸੇ ਤਰੀਕੇ ਨਾਲ ਦੇਖੋਗੇ ਕਿ ਨਦੀ ਜਾ ਕਿਸ ਪਾਸੇ ਨੂੰ ਰਹੀ ਹੈ, ਉਸ ਪਾਸੇ ਨੂੰ ਤੁਸੀਂ ਸੱਜੇ ਖੱਬੇ ਕਰੋਗੇ। ਠੀਕ ਹੈ, ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।